मैं सिंगल पेरेंट्स हाँ। एक मेरी बेटी है, एक मेरा बेटा। ही इज माई अडॉप्टेड सन। मैं अपनी बड़ी बेटी लिया से मैंने नहीं सी पता कि मैं उन्हें चुप चुप के फिरती फिरवांगी। ਕੋਈ ਗੱਲ ਨਹੀਂ, ਬੰਦਾ ਕਿਡਨੀਆਂ ਵੇਚਦੇ, ਸਰੀਰ ਵੇਚਦੇ, ਅਸੀਂ ਹੋਰ ਕੀ ਕਰ ਸਕਦੇ ਆਪਦੇ ਬੱਚਿਆਂ ਲਈ? ਇੰਨਾ ਕੁਝ ਹੀ ਕਰ ਸਕਦੇ ਆ। ਪਰ ਇਹਨਾਂ ਨੇ ਸਾਡੀ ਇੱਕ ਵੀ ਨਹੀਂ ਸੁਣੀ ਹੈਗੀ ਅੱਜ ਤੱਕ। ਕੋਈ ਵੀ ਸਾਡੇ ਜੇ ਕੀਤਾ ਤਾਂ ਇੱਕ GST ਜਾਂ ਮਾਫ ਕਰਕੇ ਕਹਿੰਦੇ GST ਮਾਫ ਕਰਤਾ ਜੀ, ਉਹਦੇ ਤਾੜੀਆਂ ਮਰਵਾ ਕੇ ਵੋਟਾਂ ਵਾਸਤੇ ਕਹਿੰਦੇ ਨਹੀਂ ਅਸੀਂ ਮਸਕੂਲਰ ਡਿਸਟ੍ਰੋਫੀ ਦਾ ਇਲਾਜ ਲਿਆਂਦਾ ਜੀ। ਸਰ ਮੇਰੀ ਫੈਮਿਲੀ ਦੇ ਵਿੱਚ 5 ਮੈਂਬਰ ਮਸਕੂਲਰ ਡਿਸਟ੍ਰੋਫੀ ਦੇ ਨਾਲ DMD ਭਿਆਨਕ ਬਿਮਾਰੀ, 5 ਬੱਚੇ ਜੀ, ਜਿਹਦੇ ਵਿੱਚੋਂ ਜੀ 2 ਦੀ ਡੈਥ ਹੋ ਚੁੱਕੀ ਹੈ, 3 ਬੱਚੇ ਇਸ ਟਾਈਮ ਮੇਰੇ ਕੋਲ ਨੇ। ਵੀ ਇਹ ਡਾਕਟਰ ਨੂੰ ਮਿਲ ਲਓ, PGI ਵਗ ਜਾਓ ਜੀ, 32 'ਚ ਵਗ ਜਾਓ ਜਾਂ ਫਲਾਣੀ ਥਾਂ 'ਤੇ ਵਗ ਜਾਓ। ਉੱਥੋਂ ਕੀ ਜਵਾਬ ਆਉਂਦਾ ਸੀਗਾ ਵੀ ਇਹ ਤਾਂ ਜੀ 10-15 ਸਾਲ ਦੀ ਗੱਲ ਹੈ, ਮਰ ਜੂਗਾ, ਇਹਨੂੰ ਪੜ੍ਹਾਉਣ ਦੀ ਕੋਸ਼ਿਸ਼ ਨਾ ਕਰੋ, ਉਹਦਾ ਵਿਆਹ ਨਾ ਕਰੋ। ਬੱਚਾ ਸਾਡਾ ਨਾ ਹਿੱਲਣ ਜੋਗਾ, ਨਾ ਆਪਣੀ ਕੋਈ ਮੂਵਮੈਂਟ ਕਰਨ ਜੋਗਾ। ਸਕੂਲ ਉਹਨਾਂ ਦਾ ਮਨ ਕਰਦਾ ਸੀ ਸਕੂਲ ਜਾਈਏ, ਪਰ ਸਕੂਲ ਵਾਲੇ ਵੀ ਸਾਡੇ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰਦੇ ਹੈਗੇ। ਡੇਲੀ ਰੂਟੀਨ ਵਾਈਜ਼ ਹਰ ਇੱਕ ਪੇਰੈਂਟਸ ਡੇ ਬਾਈ ਡੇ ਮਰ ਹੀ ਰਿਹਾ ਇਸ ਬਿਮਾਰੀ ਦੇ ਨਾਲ। ਸਰ 40% ਤੱਕ ਸਰਟੀਫਿਕੇਟ ਬਣਾ ਦੇਣਗੇ ਡਿਸੇਬਲਡ, ਜਦ ਕਿ ਪਤਾ ਪਰਮਾਨੈਂਟ ਡਿਸੇਬਲਡ ਹੈ ਬੱਚਾ। ਪਰਮਾਨੈਂਟ ਕਿਉਂ ਨਹੀਂ ਬਣਾ ਰਹੇ? ਕਿਉਂ ਸਾਡੇ ਗੇੜੇ ਪਵਾ ਰਹੇ ਹੋ ਤੁਸੀਂ? ਕਿਉਂ ਸਾਨੂੰ ਮਜਬੂਰ ਕਰ ਰਹੇ ਹੋ ਕਿ ਅਸੀਂ ਅਜਿਹਾ ਕੋਈ ਕਦਮ ਚੱਕੀਏ? ਤੁਸੀਂ ਸਾਨੂੰ ਫੀਲ ਕਰਾ ਰਹੇ ਹੋ ਨਾ ਗਿਲਟੀ। ਅਸੀਂ ਵੀ ਸਾਡਾ ਤੇ ਅਗਰ ਪਰਮਾਤਮਾ ਨੇ ਇਦਾਂ ਦਾ ਕਸ਼ਟ ਲਿਆਇਆ, ਤੁਸੀਂ ਤਾਂ ਡਾਕਟਰ ਹੋ, ਤੁਸੀਂ ਤਾਂ ਸੁਣੋ। ਸਾਹਿਬ ਜੀ ਸਾਡੀ ਦਵਾਈ ਦਾ ਕੋਈ ਹੱਲ ਕਰੋ ਜੀ, ਅਸੀਂ ਵੀ ਦੂਜੇ ਬੱਚਿਆਂ ਵਾਂਗ ਖੇਡਣਾ ਚਾਹੁੰਦੇ ਹਾਂ ਜੀ। ਜਦ ਪੂਰਾ ਭਾਰਤ ਗਣਤੰਤਰ ਦਿਵਸ ਮਨਾ ਰਿਹਾ ਸੀ ਤਾਂ ਇੱਕ ਪਰਿਵਾਰ ਸਲਫਾਸ ਦੀਆਂ ਗੋਲੀਆਂ ਖਾ ਰਿਹਾ ਸੀ। ਜੀ ਹਾਂ, ਮਸਕੂਲਰ ਡਾਇਸਟ੍ਰੋਫੀ ਨਾਮ ਦਾ ਇੱਕ ਹੁਣ ਸ਼ਬਦ ਸਾਹਮਣੇ ਆਇਆ। ਇੱਕ ਬਿਮਾਰੀ ਹੈ ਜੋ ਬੱਚਿਆਂ ਲਈ ਜਾਨਲੇਵਾ ਸਾਬਤ ਹੋ ਜਾਂਦੀ ਹੈ। ਬਿਮਾਰੀ ਕਦੀ ਵੀ ਅਮੀਰੀ ਜਾਂ ਗਰੀਬੀ ਦੇਖ ਕੇ ਨਹੀਂ ਆਉਂਦੀ, ਪਰ ਜਦੋਂ ਪਰਿਵਾਰ ਦੇ ਵਿੱਚ ਬੱਚਿਆਂ 'ਤੇ ਬਿਮਾਰੀ ਆ ਜਾਂਦੀ ਹੈ ਤਾਂ ਮਾਂ ਪਿਓ ਤਿਲ ਕੇ ਬੱਚਿਆਂ ਨੂੰ ਮਰਦਾ ਹੋਇਆ ਕਿੰਝ ਦੇਖਣ। ਗੱਲਬਾਤ ਕਰਾਂਗੇ ਕਿ ਮਸਕੂਲਰ ਡਿਸਟ੍ਰੋਫੀ ਆਖਰ ਹੈ ਕੀ ਹੈ, ਕੀ ਬਿਮਾਰੀ ਹੈ, ਕਿੱਦਾਂ ਬੱਚੇ ਨੂੰ ਆਪਣੀ ਜਕੜ 'ਚ ਲੈਂਦੀ ਹੈ। ਹਾਂਜੀ, ਇਹ ਜੀ ਮਸਕੂਲਰ ਡਿਸਟ੍ਰੋਫਿਕ ਜਮਾਂਦਰੂ ਬਿਮਾਰੀ ਹੈ ਜੀ। ਉਹਨੂੰ ਲੈ ਕੇ ਅਸੀਂ ਅੱਜ ਆਏ ਹਾਂ ਵੀ ਇਹਨਾਂ ਦੀ ਜਿਹੜੀ ਕੋਈ ਹੈਲਪ ਹੋ ਸਕੇ। ਇਹ 26 ਜਨਵਰੀ ਦੀ ਗੱਲ ਹੈ। ਪਹਿਲਾਂ ਅਸੀਂ ਆਪਦੇ ਘਰਾਂ ਦੇ ਵਿੱਚ ਸੁੱਤੇ ਪਏ ਸੀਗੇ। ਸੁੱਤੇ ਕੀ ਸੀਗੇ ਜੀ, ਆਪਦੇ ਬੱਚਿਆਂ ਨੂੰ ਸੰਭਾਲਦੇ ਸੀਗੇ, ਕਿਉਂਕਿ ਸਾਨੂੰ ਇਹਦਾ ਕੋਈ ਇਲਾਜ ਨਹੀਂ ਲੱਭ ਰਿਹਾ ਸੀਗਾ, ਪਾਗਲ ਹੋਏ ਫਿਰਦੇ ਸੀਗੇ। ਇਹ ਜਦੋਂ ਸਾਡੇ ਬੱਚੇ WhatsApp ਤੇ ਦੇਖੇ ਵੀ 26 ਜਨਵਰੀ ਨੂੰ ਜਿੱਥੇ ਪੂਰਾ ਦੇਸ਼ ਆਜ਼ਾਦੀ ਦਾ ਦਿਵਸ ਮਨਾ ਰਿਹਾ ਸੀਗਾ, ਝੰਡਾ ਹੀ ਲਹਿਰਾ ਰਿਹਾ ਸੀਗਾ, ਤੇ ਇੰਨੇ ਸਾਲ ਅਸੀਂ ਵੀ ਸਾਡਾ ਵੀ ਦਿਲ ਕਰਦਾ ਵੀ ਆਜ਼ਾਦੀ 'ਚ ਦੇਖੀਏ। ਪਰ ਜਦੋਂ ਇੱਕ ਪਾਸੇ ਖਬਰ ਸੁਣੀ ਕਿ ਮਸਕੂਲਰ ਡਿਸਟ੍ਰੋਫੀ, ਇੱਕ ਸਲਫਾਸ ਦੀ ਗੋਲੀ ਨਾਲ ਇੱਕ ਪੂਰਾ ਪਰਿਵਾਰ ਹੀ ਪੀੜਤ ਸਲਫਾਸ ਦੀ ਗੋਲੀ ਖਾ ਕੇ ਆਪਦੀ ਜੀਵਨ ਲੀਲਾ ਖਤਮ ਕਰ ਲਈ, ਤਾਂ ਸਾਡੇ ਬੱਚਿਆਂ ਦੇ ਉੱਤੇ ਬਹੁਤ ਮਾੜਾ ਅਕਸ ਪਿਆ। ਉਹਨਾਂ ਨੇ ਸਾਨੂੰ ਕਿਹਾ ਵੀ ਇਹ ਜਾਗਰੂਕ ਹੋ, ਵੀ ਇਹ ਨਾ ਹੋਵੇ ਕਿ ਆਪਾਂ ਨੂੰ ਵੀ ਇੰਝ ਜੇ ਕਿ ਹਰੇਕ ਨੂੰ ਮਿਸ਼ਰਾ ਪਰਿਵਾਰ ਬਣਨਾ ਪਵੇ। ਤਾਂ ਅਸੀਂ ਉਸ ਨੂੰ ਦੇਖਦੇ ਹੋਏ ਅੱਜ ਪੂਰੇ ਪੰਜਾਬ ਭਰ 'ਚੋਂ ਪਹਿਲਾਂ ਅਸੀਂ ਇਕੱਲੇ ਚਿੱਠੀਆਂ ਪਾਈ ਜਾਂਦੇ ਸੀ ਸਰਕਾਰ ਨੂੰ, ਕਦੇ ਮੁੱਖ ਮੰਤਰੀ ਨੂੰ ਪਾਦੀ, ਕਦੇ ਪ੍ਰਧਾਨ ਮੰਤਰੀ ਨੂੰ ਪਾਦੀ, ਉਹਦਾ ਕੋਈ ਇਲਾਜ ਨਹੀਂ ਆਉਂਦਾ ਸੀਗਾ। ਜੇ ਕੋਈ ਚਿੱਠੀ ਦਾ ਜਵਾਬ ਚਿੱਠੀ ਪੱਤਰ ਰਾਹੀਂ ਆਉਂਦਾ ਸੀ ਤਾਂ ਉਹ ਕਹਿੰਦੇ ਸੀਗੇ ਵੀ ਇਹ ਡਾਕਟਰ ਨੂੰ ਮਿਲ ਲਓ, PGI ਵਗ ਜਾਓ ਜੀ, 32 'ਚ ਵਗ ਜਾਓ ਜਾਂ ਫਲਾਣੀ ਥਾਂ 'ਤੇ ਵਗ ਜਾਓ। ਉੱਥੋਂ ਕੀ ਜਵਾਬ ਆਉਂਦਾ ਸੀਗਾ ਵੀ ਇਹ ਤਾਂ ਜੀ 10-15 ਸਾਲ ਦੀ ਗੱਲ ਹੈ, ਮਰ ਜੂਗਾ, ਇਹਨੂੰ ਪੜ੍ਹਾਉਣ ਦੀ ਕੋਸ਼ਿਸ਼ ਨਾ ਕਰੋ, ਉਹਦਾ ਵਿਆਹ ਨਾ ਕਰੋ। ਦੱਸੋ ਜੀ ਉਹ ਕੋਈ ਜਵਾਬ ਸੀਗਾ ਇਹਨਾਂ ਦਾ? ਮੈਨੂੰ ਬਹੁਤ ਸ਼ਰਮਿੰਦਗੀ ਹੁੰਦੀ ਆ ਇਹ ਗੱਲਾਂ ਦੱਸਦੇ ਹੋਏ, ਵੀ ਤਾਂ ਜੋ ਕਿ ਸਾਡੇ ਬੱਚਿਆਂ ਦਾ ਮਨੋਬਲ ਗਿਰੇ ਨਾ। ਪਰ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਪੰਜਾਬ ਭਰ ਦੇ ਉਰੇ ਮਿਲੇ, DC ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਮੁੱਖ ਮੰਤਰੀ ਸਾਹਿਬ ਦੇ ਨਾਂ 'ਤੇ। ਉਹਨਾਂ ਤੋਂ ਮੰਗ ਕੀਤੀ ਹੈ ਵੀ ਇਹਦਾ ਜਿਹੜਾ ਜਿਵੇਂ ਇਹਦੀ ਇਲਾਜ ਤਾਂ ਪ੍ਰੋਪਰ ਜਦੋਂ ਆਉਣਾ ਹੈ, ਕਈ ਥਾਵਾਂ 'ਤੇ ਇਲਾਜ ਆ ਵੀ ਗਏ, ਕਈ ਬਿਮਾਰੀਆਂ ਦੇ 6 ਕਰੋੜ ਦਾ ਟੀਕਾ ਹੈ, ਕੋਈ 12 ਕਰੋੜ ਦਾ ਹੈ, ਵੀ ਉਹਦੇ 'ਤੇ ਜੇ ਕਰਦੇ ਕੀ ਨੇ GST ਮਾਫ ਕਰਦੇ। ਚਲੋ ਕੋਈ ਗੱਲ ਨਹੀਂ, ਬੰਦਾ ਕਿਡਨੀਆਂ ਵੇਚਦੇ, ਸਰੀਰ ਵੇਚਦੇ, ਅਸੀਂ ਹੋਰ ਕੀ ਕਰ ਸਕਦੇ ਆਪਦੇ ਬੱਚਿਆਂ ਲਈ? ਇੰਨਾ ਕੁਝ ਹੀ ਕਰ ਸਕਦੇ ਹਾਂ। ਪਰ ਇਹਨਾਂ ਨੇ ਸਾਡੀ ਇੱਕ ਵੀ ਨਹੀਂ ਸੁਣੀ ਹੈਗੀ ਅੱਜ ਤੱਕ। ਕੋਈ ਵੀ ਸਾਡੇ ਜੇ ਕੀਤਾ ਤਾਂ ਇੱਕ GST ਜਾਂ ਮਾਫ ਕਰਕੇ ਕਹਿੰਦੇ GST ਮਾਫ ਕਰਤਾ ਜੀ, ਉਹਦੇ ਤਾੜੀਆਂ ਮਰਵਾ ਕੇ ਵੋਟਾਂ ਵਾਸਤੇ ਕਹਿੰਦੇ ਨਹੀਂ ਅਸੀਂ ਮਸਕੂਲਰ ਡਿਸਟ੍ਰੋਫੀ ਦਾ ਇਲਾਜ ਲਿਆਂਦਾ ਜੀ। ਸਿਰਫ 28% GST। ਜੇ ਉਹਦੀ ਕੀਮਤ ਸੁਣਾਂਗੇ ਤਾਂ ਇੱਕ ਮਾੜੇ ਤੋਂ ਮਾੜਾ ਬੰਦਾ ਵੀ ਜਿਹੜਾ ਬੇਹੋਸ਼ ਹੋ ਕੇ ਗਿਰ ਜਾਏਗਾ। ਇੰਨੀ ਭਿਆਨਕ ਬਿਮਾਰੀ ਹੈ। ਸਾਡੇ ਬੱਚੇ ਬਹੁਤ ਇੰਟੈਲੀਜੈਂਟ ਨੇ, ਹਰੇਕ 'ਚ ਕਲਾ ਹੈ, ਆਰਟ ਦੀ ਹੈ, ਕਿਸੇ ਡਰਾਇੰਗ ਦੀ ਹੈ, ਕਿਸੇ ਕੁਛ ਹੈ। ਉਹਨੂੰ ਜਾਗਰਤ ਕਰਨ ਲਈ ਤੁਸੀਂ 7ਵੀਂ 8ਵੀਂ ਕਲਾਸ ਤੋਂ ਜੀ ਬੱਚੇ ਪੜ੍ਹਦੇ ਸਾਡੇ, ਉਹ ਤੋਂ ਪਤਾ ਲੱਗ ਗਿਆ, ਉਹ ਡਿਜ਼ੀਜ਼ ਦਾ ਪਤਾ ਲੱਗ ਗਿਆ। ਤੁਹਾਨੂੰ ਉਸ ਪਾਸੇ ਲੈ ਜਾਓ, ਉਹਦੀ ਕੋਈ ਹੈਲਪ ਕਰੋ, ਮਦਦ ਕਰੋ, ਉਹਦੇ 'ਤੇ ਗਾਰਡੀਅਨ ਦਿਓ। ਜਿਵੇਂ ਹੁਣ ਅਸੀਂ PGI ਜਾਂਦੇ ਹਾਂ, ਉਹ ਕਹਿੰਦੇ ਸਾਨੂੰ ਇਹ ਕਰਾਓ, ਫਿਜ਼ੀਓਥੈਰੇਪੀ ਕਰਾਓ। ਫਿਜ਼ੀਓਥੈਰੇਪੀ ਦਾ ਘੱਟੋ ਘੱਟ ਖਰਚਾ ਜੀ 300-400 ਰੁਪਏ ਦੇ ਡੇਲੀ ਦਾ। ਕਿੱਥੋਂ ਅਫੋਰਡ ਕਰੇਗਾ ਬੰਦਾ ਜੀ? ਤੇ ਉਹ ਬੱਚੇ ਨੂੰ ਲੈ ਕੇ ਜਾਣਾ ਵੀ ਹੈ ਤੇ ਲੈ ਕੇ ਆਉਣਾ ਵੀ ਹੈ, ਉਹਦਾ ਵੀ ਖਰਚਾ ਬਹੁਤ ਹੋ ਜਾਂਦਾ। ਤੇ ਅਸੀਂ ਆਪਦੇ ਕੰਮਾਂ ਕਾਰ ਤੋਂ ਫਰੀ ਹੋ ਰਹੇ ਜੀ, ਜਿਵੇਂ ਇੱਕ ਕਹਿ ਨਹੀਂ ਕਰਦੇ ਸਿਰੇ ਵਾਲੀ ਗੱਲ, ਬਸ ਉਹ ਹੋ ਰਿਹਾ ਜੀ। ਅਸੀਂ
ਕੁਝ ਨਹੀਂ ਸੀ। ਬਿਮਾਰੀ ਇਫੈਕਟ ਕਿਵੇਂ ਕਰਦੀ ਹੈ, ਤੁਹਾਨੂੰ ਕਿੱਦਾਂ ਪਤਾ ਚੱਲਦਾ ਕਿ ਬੱਚੇ ਨੂੰ ਜਨਮ ਤੋਂ ਇਹ ਬਿਮਾਰੀ ਸੀਗੀ? ਬੱਚੇ ਦੇ ਸਰੀਰ 'ਚ ਇਹੋ ਜਿਹੇ ਕਿਹੜੇ ਕਮੀਆਂ ਆ ਜਾਂਦੀਆਂ ਨੇ? ਇਹ ਜਦੋਂ ਛੋਟੇ ਹੁੰਦੇ ਨੇ ਪੈਰ ਜਾਂ ਚੱਕਣ ਲੱਗੇ ਸਾਡੇ ਬੱਚੇ ਜੀ, ਉਹਦੇ ਤੋਂ ਇਹ ਬਿਮਾਰੀ ਦਾ ਪਤਾ ਲੱਗਿਆ। ਫਿਰ ਅਸੀਂ ਇਹਦਾ ਟੈਸਟ ਕਰਾਇਆ ਜੀ, ਅਸੀਂ ਦਿੱਲੀ ਸਰ ਗੰਗਾ ਰਾਮ ਹਸਪਤਾਲ ਗਏ ਜੀ, ਉੱਥੇ ਜਾ ਕੇ ਉਹਦੇ ਟੈਸਟ ਕਰਾਏ ਜੀ, ਉਹ 'ਚ ਪਤਾ ਲੱਗਿਆ ਵੀ ਇਹਦਾ ਮਸਕੂਲਰ ਡਿਸਟ੍ਰੋਫੀ ਹੈ ਜੀ। ਇਹਦਾ ਕੋਈ ਇਲਾਜ ਹੈ ਨਹੀਂ ਫਿਲਹਾਲ, ਇਹਦੀ ਉਹ ਕਰਾਓ, ਫਿਜ਼ੀਓਥੈਰੇਪੀ ਕਰਾਓ। ਤੇ ਬੱਚਾ ਕੋਈ ਖੇਡ ਨਹੀਂ ਪਾਉਂਦਾ ਜਾਂ ਕਿਵੇਂ, ਕੀ ਚੱਕਰ ਹੈ? ਕੋਈ ਆਪਣੇ ਵੀ- ਪੜ੍ਹ ਨਹੀਂ ਪਾਉਂਦਾ, ਭੱਜ ਨੱਠ ਨਹੀਂ ਪਾਉਂਦਾ, ਕਿਵੇਂ ਕੀ ਹੁੰਦਾ, ਕੀ ਹੈ? ਪੜ੍ਹਾਈ 'ਚ ਤਾਂ ਜੀ ਇੰਨਾ ਕੁ ਹੁਸ਼ਿਆਰ ਹੈ ਨਹੀਂ। ਮੈਂ ਆਪਦੇ ਬੱਚੇ ਦੀ ਗੱਲ ਕਰਾਂ, ਜੇ ਉਹਨੇ ਕਲੈਟ ਦਾ ਪੇਪਰ ਦਿੱਤਾ 2 ਵਾਰੀ ਕਲੀਅਰ ਹੋ ਗਿਆ। ਕਲੈਟ ਇੱਕ ਬਹੁਤ ਇੱਕ ਅਸੀਂ ਉਹ ਮੰਨਦੇ ਹਾਂ, ਜੇ ਨਾ ਕੋਈ ਕੋਚਿੰਗ ਲਿੱਤੀ ਨਾ ਕੁਝ ਵੀ ਨਹੀਂ ਕੀਤਾ ਬੱਚੇ ਨੂੰ। ਲੈਵਲ ਦੇ ਐਡਮਿਸ਼ਨ ਟੈਸਟ ਹੁੰਦਾ ਵਾ, ਕਾਮਨ ਲਾਅ ਐਡਮਿਸ਼ਨ ਟੈਸਟ। ਹਾਂਜੀ ਉਹਨੇ ਕਲੀਅਰ ਕਰ ਲਿਆ, ਪਰ ਉੱਥੇ ਸਿਰਫ ਅਸੀਂ ਉਹ ਅਟੈਂਡੈਂਸ ਭਾਲਦੇ ਸੀ ਪੂਰੀ, ਵੀ ਉੱਥੇ ਹੋਸਟਲ 'ਚ ਉਹਨਾਂ 'ਚ ਰਹੋ। ਪਰ ਬੱਚਾ ਮਸਕੂਲਰ ਡਿਸਟ੍ਰੋਫੀ ਤੋਂ ਪੀੜਤ ਹੋਣ ਕਰਕੇ, ਵੀਲ ਚੇਅਰ 'ਤੇ ਹੋਣ ਕਰਕੇ ਉੱਥੇ ਨਹੀਂ ਰਹਿ ਸਕਿਆ। ਸਾਨੂੰ ਪ੍ਰਾਈਵੇਟ ਨੂੰ ਕਰਾਉਣੀ ਪੈ ਰਹੀ ਹੈ ਲਾ। ਪਰ ਮੈਂ ਉਹ ਚੀਜ਼ ਦੱਸਦੇ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਸਾਡੇ ਬੱਚੇ ਇੰਟੈਲੀਜੈਂਟ ਬਹੁਤ ਨੇ, ਪਰ ਸਰਕਾਰਾਂ ਵੱਲੋਂ ਕੋਈ ਇਹੋ ਜਿਹੇ ਪ੍ਰਬੰਧ ਨਹੀਂ ਹੈਗੇ ਬਾਈ ਜੀ, ਵੀ ਮਤਲਬ ਆਪਾਂ ਉਹਦੇ ਲਈ ਅਸੀਂ ਅੱਜ ਸਰਕਾਰ ਨੂੰ ਮੰਗ ਪੱਤਰ ਦਿੱਤਾ ਵੀ ਇਹਨਾਂ ਦੀ ਸੁਣ ਲਓ, ਫੜ ਲਓ, ਕੋਈ ਮਿਸ਼ਰਾ ਪਰਿਵਾਰ ਨਾ ਬਣੇ, ਕੋਈ 26 ਜਨਵਰੀ ਕਾਲੀ 26 ਜਨਵਰੀ ਨਾ ਬਣ ਜੇ ਕਿਤੇ ਆਪਣੇ ਲਈ। ਤੁਸੀਂ ਪੰਜਾਬ ਦੇ ਅੱਡ-ਅੱਡ ਜ਼ਿਲ੍ਹਿਆਂ ਤੋਂ ਆਏ ਹੋ ਸਾਰੇ ਪਰਿਵਾਰ? ਹਾਂਜੀ, ਕਾਫੀ ਜ਼ਿਲ੍ਹਿਆਂ ਤੋਂ ਅੱਡ-ਅੱਡ ਪਰਿਵਾਰ ਹੋਏ ਆ ਇਕੱਠੇ, ਪਰ ਬੱਚੇ ਜਿਹੜੇ ਸਾਡੇ 1-2 ਬੱਚੇ ਹੀ ਆਏ, ਕਿਉਂਕਿ ਬੱਚੇ ਵੀਲ ਚੇਅਰ ਤੇ ਨੇ ਜੀ, ਆ ਨਹੀਂ ਸਕਦੇ ਹੈਗੇ। ਵੀਲ ਕਿੱਥੇ ਗੋਦੀ ਚੱਕ ਕੇ ਅਗਲਾ ਕੋਈ ਬੱਸਾਂ ਤੇ ਆਏਗਾ, ਹੋਰ ਆਏਗਾ, ਕਿਉਂਕਿ ਹਾਲਤ ਇੰਨੀ ਕੁ ਮਾੜੀ ਹੋ ਗਈ ਸਾਡੇ ਘਰਾਂ ਦੀ ਨਾ ਜੀ, ਮੈਂ ਦੱਸ ਨਹੀਂ ਸਕਦਾ ਹੈਗਾ। ਸੋ ਗੱਲ ਹੋ ਰਹੀ ਹੈ, ਮਾਂ ਪਿਓ ਵਾਸਤੇ ਬੜਾ ਵੱਡਾ ਦੁੱਖ ਹੈ, ਖਾਸ ਕਰ ਉਹ ਮਾਂ ਵਾਸਤੇ ਜਿਹਨੇ 9 ਮਹੀਨੇ ਕੁੱਖ 'ਚ ਬੱਚਾ ਜੰਮਿਆ ਹੁੰਦਾ ਰੱਖ ਕੇ, ਉਸ ਤੋਂ ਬਾਅਦ ਉਹਨੂੰ ਪਤਾ ਲੱਗਦਾ ਹੈ ਕਿ ਮਸਕੂਲਰ ਡਿਸਟ੍ਰੋਫੀ ਨਾਲ ਬੱਚਾ ਪੀੜਤ ਹੈ। ਉਹਨਾਂ ਮਾਵਾਂ ਨਾਲ ਗੱਲਬਾਤ ਕਰਦੇ ਹਾਂ। ਇੱਕ ਦੇਖੋ, ਇੱਕ ਮਾਂ ਦਾ ਅੰਦੋਲਨ ਆਪਣੇ ਬੱਚੇ ਦੇ ਲਈ ਮਸਕੂਲਰ ਡਿਸਟ੍ਰੋਫੀ ਬਿਮਾਰੀ ਤੋਂ ਜਾਨ ਬਚਾਉਣ ਲਈ ਦਵਾਈ ਉਪਲਬਧ ਕਰਵਾਓ। ਸੋ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ, ਜਿਨ੍ਹਾਂ ਮਾਵਾਂ ਨੇ ਇਹ ਦੁੱਖ ਆਪ ਹਟਾਇਆ। ਤੇ ਅੱਖਾਂ 'ਚ ਪਹਿਲਾਂ ਤਾਂ ਰੋਣਾ, ਤਾਂ ਅੱਖਾਂ 'ਚ ਪਾਣੀ ਆ ਰਿਹਾ ਜੀ, ਹੈ ਨਾ? ਅੱਖਾਂ 'ਚ ਤੁਹਾਡੇ ਮੈਨੂੰ ਬੜਾ ਮਨ ਭਰਿਆ ਹੁੰਦਾ ਜੀ, ਤੁਸੀਂ ਪਲੀਜ਼ ਰੋਣਾ। ਮੈਂ ਮਹਿਸੂਸ ਕਰ ਸਕਦਾ ਇਸ ਟਾਈਮ ਮਾਂ 'ਤੇ ਕੀ ਬੀਤਦਾ ਹੁੰਦਾ, ਪਰ ਫਿਰ ਵੀ ਮਾੜਾ ਮਨ ਹੌਸਲਾ ਰੱਖੋ, ਬੜੀ ਗੱਲ ਕਰੋ, ਆ ਜਾਓ, ਦੱਸੋ ਮਾੜਾ ਕਿਵੇਂ ਮਹਿਸੂਸ ਹੁੰਦਾ, ਕਿਵੇਂ ਹੋ ਰਿਹਾ, ਕਿਵੇਂ ਸਾਂਭਦੇ ਹੋ? ਸਰ ਮੈਂ ਲੁਧਿਆਣੇ ਤੋਂ। ਤੁਹਾਡਾ ਨਾਮ? ਸਰਬਜੀਤ ਕੌਰ। ਠੀਕ ਹੈ, ਤੇ ਬੱਚੇ ਦੀ ਉਮਰ ਕਿੰਨੀ ਹੈ ਇਸ ਟਾਈਮ? 14 ਸਾਲ। ਠੀਕ ਹੈ। ਸਰ ਕੀ ਔਖਾਈਆਂ ਤੁਸੀਂ ਜੀਵਨ 'ਚ ਇਸ ਵਕਤ ਸਹਿ ਰਹੇ ਹੋ? ਸਰ ਮੈਂ ਸਿੰਗਲ ਪੇਰੈਂਟ ਸਾਂ, ਇੱਕ ਮੇਰੀ ਬੇਟੀ ਹੈ, ਇੱਕ ਮੇਰਾ ਬੇਟਾ। ਹੀ ਇਜ਼ ਮਾਈ ਅਡਾਪਟਡ ਸਨ। ਮੈਂ ਆਪਣੀ ਬੜੀ ਬੇਟੀ ਲਿਆ ਸੀ, ਮੈਨੂੰ ਨਹੀਂ ਸੀ ਪਤਾ ਕਿ ਮੈਂ ਉਹਨੂੰ ਚੁੱਕ ਕੇ ਫਿਰਵਾਂਗੀ ਮੈਂ। ਤੇ ਕਦੀ ਕੋਈ ਜਿਵੇਂ ਐਨਜੀਓਜ਼ ਵਗੈਰਾ ਹੁੰਦੀਆਂ ਜੀ, ਤੇ ਭਾਰਤ ਵਿੱਚ ਹਰ ਦਿਨ ਸੈਂਕੜਾ ਬੱਚੇ ਮਸਕੂਲਰ ਡਿਸਟ੍ਰੋਫੀ ਦੇ ਕਾਰਨ ਤੜਫ ਕੇ ਮਰ ਰਹੇ ਹਨ। ਮਤਲਬ ਅਜਿਹੀ ਸ਼ਬਦਾਵਲੀਆਂ ਮੈਂ ਬੋਲ ਰਿਹਾ, ਪਰ ਮੇਰਾ ਆਪ ਦਾ ਮਨ ਭਰ ਆਉਂਦਾ ਪਿਆ। ਤੇ ਜਿਹੜੀ ਸਿੰਘ ਸਾਹਿਬ ਕੁਝ ਐਨਜੀਓਜ਼ ਵਗੈਰਾ ਹੁੰਦੀਆਂ ਨੇ, ਤੇ ਉਹ ਕਦੀ ਨਹੀਂ ਅੱਗੇ ਆਈਆਂ ਜੀ? ਨਹੀਂ ਜੀ, ਕੋਈ ਐਨਜੀਓ ਇਹਦੇ ਵਿੱਚ ਅੱਗੇ ਨਹੀਂ ਆਈ ਜੀ। ਐਨਜੀਓ ਵੀ ਅੱਗੇ, ਭਾਰਤ ਵਿੱਚ ਬਹੁਤ ਐਨਜੀਓ ਰਜਿਸਟਰਡ ਹੋਈਆਂ ਨੇ, ਕਿਤੇ ਕੋਈ ਐਨਜੀਓ ਸਹਾਇਤਾ ਨਹੀਂ ਸਾਡੀ ਕਰ ਰਹੀ। ਸਾਡਾ ਨਿੱਤ ਦਾ ਸਵੇਰੇ ਅਸੀਂ ਜਦ ਬੱਚੇ ਨੂੰ ਉਠਾਉਂਦੇ ਹਾਂ, ਅਸੀਂ ਬੱਚੇ ਨੂੰ ਰੋ ਕੇ ਹੀ ਉਠਾਉਂਦੇ ਹਾਂ। ਬੱਚਾ ਸਾਡਾ ਨਾ ਹਿੱਲਣ ਜੋਗਾ, ਨਾ ਆਪਣੀ ਕੋਈ ਮੂਵਮੈਂਟ ਕਰਨ ਜੋਗਾ। ਸਕੂਲ ਉਹਨਾਂ ਦਾ ਮਨ ਕਰਦਾ ਸੀ ਸਕੂਲ ਜਾਈਏ, ਪਰ ਸਕੂਲ ਵਾਲੇ ਵੀ ਸਾਡੇ ਨਾਲ ਕੋਈ ਕੰਪਰੋਮਾਈਜ਼ ਨਹੀਂ ਕਰਦੇ ਹੈਗੇ। ਡੇਲੀ ਰੂਟੀਨ ਵਾਈਜ਼ ਹਰ ਇੱਕ ਪੇਰੈਂਟਸ ਡੇ ਬਾਈ ਡੇ ਮਰ ਹੀ ਰਿਹਾ ਇਸ ਬਿਮਾਰੀ ਦੇ ਨਾਲ। ਬੱਚਿਆਂ ਨੂੰ ਤਾਂ ਚਲੋ ਤਕਲੀਫ ਹੈਗੀ ਹੈ, ਪਰ ਜੋ ਪੇਰੈਂਟਸ ਦੇ ਉੱਤੇ ਬੀਤ ਰਹੀ ਹੈ ਉਹ ਪੇਰੈਂਟਸ ਹੀ ਜਾਣਦੇ ਆ। ਮੈਂ ਜਾਣਕਾਰੀ ਵਾਸਤੇ ਗੱਲ ਕਰਦਾ ਕਿ ਡਾਕਟਰਸ ਕੁਝ ਕਹਿੰਦੇ ਨੇ ਕਿ ਗਰਭ ਦੇ ਵੇਲੇ ਜਾਂ ਜੋ ਬੱਚੇ ਦਾ ਬਰਥ ਹੁੰਦਾ ਉਦੋਂ ਕੋਈ ਅਜਿਹੀ ਕੋਈ ਅਣਗਹਿਲੀ ਹੋ ਜਾਂਦੀ ਹੈ ਜਿਹਦੇ ਨਾਲ ਮਸਕੂਲਰ ਡਿਸਟ੍ਰੋਫੀ ਹੋ ਜਾਂਦੀ ਹੈ, ਕੁਝ ਅੱਜ ਤੱਕ ਸਮਝ ਆਇਆ? ਨਹੀਂ ਸਰ, ਜੈਨੇਟਿਕ ਪ੍ਰੋਬਲਮ ਹੈ ਜੀ, ਬਾਈ ਜੀਨ ਤੋਂ ਬਾਈ ਬਰਥ ਤੋਂ ਹੀ ਹੈ। ਸਰ ਮੇਰੀ ਫੈਮਿਲੀ ਦੇ ਵਿੱਚ 5 ਮੈਂਬਰ ਮਸਕੂਲਰ ਡਿਸਟ੍ਰੋਫੀ ਦੇ ਨਾਲ DMD ਭਿਆਨਕ ਬਿਮਾਰੀ, 5 ਬੱਚੇ ਜੀ, ਜਿਹਦੇ ਵਿੱਚੋਂ ਜੀ 2 ਦੀ ਡੈਥ ਹੋ ਚੁੱਕੀ ਹੈ, 3 ਬੱਚੇ ਇਸ ਟਾਈਮ ਮੇਰੇ ਕੋਲ ਨੇ। ਜਿਹੜੇ 2 ਬੱਚੇ ਡੈਥ ਹੋਈ ਹੈ ਉਹਨਾਂ ਦੀ ਉਮਰ ਕਿੰਨੀ ਸੀ ਸਰ? ਉਹ 23 24 ਸਾਲ ਦੀ ਉਮਰ ਦੇ ਵਿੱਚ ਡੈਥ ਹੋਈ ਹੈ ਸਰ, ਪਰ ਜਵਾਨੀ ਦੇ ਵਿੱਚ। ਔਰ ਉਹ ਵੀਲ ਚੇਅਰ ਦੇ ਉੱਤੇ ਸੀ ਦੋਨੋਂ, ਔਰ ਬੈਠੇ ਇਦਾਂ ਲੱਗਦਾ ਨਹੀਂ ਸੀ ਕਿ ਇਹਨਾਂ ਨੂੰ ਕੋਈ ਪ੍ਰੋਬਲਮ ਹੈ। ਤੇ ਸਰ ਹੁਣ ਮੇਰੇ 3 ਬੇਟੇ ਆ, ਤਿੰਨਾਂ ਨੂੰ ਮਸਕੂਲਰ ਡਿਸਟ੍ਰੋਫੀ ਆ। ਬਹੁਤ ਕੀ ਕਹਿ ਸਕਦੇ ਆ ਕਿ ਇੰਨੇ ਵੱਡੇ ਦੁੱਖ ਦੇ ਵਿੱਚ ਚੱਲ ਰਹੇ ਆ। ਮੈਂ ਚੱਲ ਰਿਹਾ, ਮੇਰਾ ਪੂਰਾ ਪਰਿਵਾਰ ਚੱਲ ਰਿਹਾ ਵਾ, ਇਹ ਸਾਰੇ ਸੱਜਣ ਚੱਲ ਰਹੇ ਆ। ਅਸੀਂ ਹਰ ਇੱਕ ਇਸ ਬਿਮਾਰੀ ਨਾਲ, ਜੋ DMD ਦੇ ਨਾਲ, ਜੋ ਮਸਕੂਲਰ ਡਿਸਟ੍ਰੋਫੀ ਦੇ ਨਾਲ, ਇਸ ਮਸਕੂਲਰ ਡਿਸਟ੍ਰੋਫੀ ਦੇ ਵਿੱਚ ਹੀ ਬਹੁਤ ਬਿਮਾਰੀਆਂ ਵਾ। ਕਿਸੇ ਨੂੰ LGMD ਹੈ, ਕਿਸੇ ਨੂੰ FSHD ਹੈ, ਕਿਸੇ ਨੂੰ DMD ਹੈ, ਕਿਸੇ ਨੂੰ ਨਿਊਰੋਮੋਟਰ ਹੈ, ਅਲੱਗ-ਅਲੱਗ ਕਿਸਮ ਦੀਆਂ 72 ਟਾਈਪਸ ਇਹਦੇ ਵਿੱਚ ਬਿਮਾਰੀਆਂ ਨੇ।
ਤੇ ਸਰ ਕੋਈ ਟ੍ਰੀਟਮੈਂਟ ਨਹੀਂ, ਕੋਈ ਸਰਕਾਰ ਸੁਣਵਾਈ ਨਹੀਂ ਕਰ ਰਹੀ। ਨਹੀਂ, ਪੰਜਾਬ ਸਰਕਾਰ ਦੀ ਇਹ ਨਲਾਇਕੀ ਸਮਝ ਨਹੀਂ ਆ ਰਹੀ, ਜਦ ਕਈ ਇੰਡੀਆ ਦੇ ਦੂਜੇ ਸਟੇਟਸ ਨੇ ਉਹ ਇੱਕ ਮੁਸ਼ਤ ਕੋਈ ਆਪਣੇ ਲੱਖਾਂ 'ਚ ਰਕਮ ਦੇ ਰਹੇ ਆ ਜਾਂ ਹਜ਼ਾਰਾਂ 'ਚ ਹਰ ਮਹੀਨੇ ਖਰਚਾ ਦੇ ਰਹੇ ਆ, ਤਾਂ ਪੰਜਾਬ ਸਰਕਾਰ 1 ਰੁਪਈਆ ਨਹੀਂ ਦੇ ਰਹੀ ਤੁਹਾਨੂੰ। ਸਰ ਪੰਜਾਬ ਸਰਕਾਰ ਦੀ ਸੁਣ ਲਓ ਸਰ, ਅਸੀਂ ਸਿਵਲ ਹਸਪੀਟਲ ਦੇ ਵਿੱਚ ਅਗਰ ਡਾਕਟਰ ਸਾਹਿਬ ਦੇ ਕੋਲ ਜਾਂਦੇ ਆ ਕਿ ਬੱਚੇ ਦਾ ਅਸੀਂ ਡਿਸੇਬਲਡ ਸਰਟੀਫਿਕੇਟ ਬਣਾਉਣਾ ਵਾ, ਸਰ ਮੇਰੇ ਤੇ ਬੀਤੀ ਆ ਔਰ ਕਈਆਂ ਦੇ ਬੀਤੀ ਆ, ਇਸ ਪਰਿਵਾਰ ਦੇ ਉੱਤੇ ਵੀ ਬੀਤੀ ਆ ਸਰ। 40% ਤੱਕ ਸਰਟੀਫਿਕੇਟ ਬਣਾ ਦੇਣਗੇ ਡਿਸੇਬਲਡ, ਜਦ ਕਿ ਪਤਾ ਪਰਮਾਨੈਂਟ ਡਿਸੇਬਲਡ ਹੈ ਬੱਚਾ। ਪਰਮਾਨੈਂਟ ਕਿਉਂ ਨਹੀਂ ਬਣਾ ਰਹੇ? ਕਿਉਂ ਸਾਡੇ ਗੇੜੇ ਪਵਾ ਰਹੇ ਹੋ ਤੁਸੀਂ? ਕਿਉਂ ਸਾਨੂੰ ਮਜਬੂਰ ਕਰ ਰਹੇ ਹੋ ਕਿ ਅਸੀਂ ਅਜਿਹਾ ਕੋਈ ਕਦਮ ਚੱਕੀਏ? ਤੁਸੀਂ ਸਾਨੂੰ ਫੀਲ ਕਰਾ ਰਹੇ ਹੋ ਨਾ ਗਿਲਟੀ। ਅਸੀਂ ਵੀ ਸਾਡਾ ਤੇ ਅਗਰ ਪਰਮਾਤਮਾ ਨੇ ਇਦਾਂ ਦਾ ਕਸ਼ਟ ਲਿਆਇਆ, ਤੁਸੀਂ ਤਾਂ ਡਾਕਟਰ ਹੋ, ਤੁਸੀਂ ਤਾਂ ਸੁਣੋ ਸਰ। ਇੱਕ ਵੀਲ ਚੇਅਰ ਵਾਸਤੇ ਮੈਂ 4 ਸਾਲ ਵੇਟ ਕੀਤੀ, ਜਦ ਕਿ ਮੈਂ ਬੱਚੇ ਨੂੰ ਲੈ ਕੇ ਦਿੱਤੀ, ਪਰ ਮੈਂ ਸਰਕਾਰੀ ਵੀਲ ਚੇਅਰ ਵਾਸਤੇ 4 ਸਾਲ ਵੇਟ ਕੀਤੀ। ਕੀ ਸਰਕਾਰ ਇੱਕ ਵੀਲ ਚੇਅਰ ਨਹੀਂ ਦੇ ਸਕਦੀ? ਇਹਨਾਂ ਜਦ ਸਰਕਾਰ ਦੇ ਕੋਲ ਡਾਟਾ ਆਵਾ ਕਿ ਇਹ ਬੱਚੇ ਪੀੜਿਤ ਨੇ, ਇਹਨਾਂ ਨੂੰ ਕਿਉਂ ਨਹੀਂ ਕੁਝ ਤੁਸੀਂ ਦੇ ਰਹੇ? ਮੈਂ ਸਰ ਅੰਮ੍ਰਿਤਸਰ ਤੋਂ ਪਹੁੰਚਿਆ ਅੱਜ ਇੱਥੇ। ਮੇਰਾ ਨਾਮ ਬਿਕਰਮਜੀਤ ਸਿੰਘ ਹੈ ਜੀ, ਅੰਮ੍ਰਿਤਸਰ ਤੋਂ ਮੈਂ ਆਇਆ ਇੱਥੇ ਜੀ। ਇੱਥੇ ਡੀਸੀ ਆਫਿਸਰ ਮੰਗ ਪੱਤਰ ਦੇ ਰਹੇ ਹਾਂ ਆਪਾਂ ਪੰਜਾਬ ਗੌਰਮੈਂਟ ਮਾਨ ਸਾਹਿਬ ਨੂੰ ਤੇ ਸੈਂਟਰ ਗੌਰਮੈਂਟ ਨੂੰ ਜੀ ਕਿ ਇਹ ਨਾਮਰਾਦ ਬਿਮਾਰੀ ਦਾ ਇਲਾਜ ਵਾਸਤੇ ਕੋਸ਼ਿਸ਼ ਕੀਤੀ ਜਾਵੇ। ਬਾਹਰਲੇ ਮੁਲਕਾਂ 'ਚ ਇਹਦੇ ਟ੍ਰਾਇਲ ਚੱਲ ਰਹੇ ਨੇ ਜੀ, ਇਸ ਪ੍ਰੋਬਲਮ ਦੇ ਦਵਾਈਆਂ ਆ ਚੁੱਕੀਆਂ ਨੇ, ਕਰੋੜਾਂ ਰੁਪਏ ਦਾ ਖਰਚਾ ਵਾ। ਸਾਡੀ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਤੋਂ ਇਹ ਮੰਗ ਆ ਕਿ ਮਤਲਬ ਸਾਡੇ ਬੱਚਿਆਂ ਲਈ ਵੀ ਇਹ ਦਵਾਈ ਪ੍ਰੋਵਾਈਡ ਕੀਤੀ ਜਾਵੇ ਜੀ। ਫੁੱਲ ਵਰਗੇ ਪਿਆਰੇ ਛੋਟੇ ਛੋਟੇ ਬੱਚੇ ਜਦੋਂ ਮਸਕੂਲਰ ਡਿਸਟ੍ਰੋਫੀ ਨਾਲ ਪੀੜਿਤ ਹੁੰਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਦੇ ਮਨ 'ਚ ਕੀ ਭਾਵ ਹੁੰਦੇ? ਮੈਂ ਗੱਲ ਕਰਦਾ, ਮੇਰਾ ਆਪ ਦਾ ਮਨ ਭਰਦਾ ਪਿਆ, ਪਰ ਮੈਂ ਗੱਲ ਕਰਦਾ। ਪੁੱਤ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਨਾਮ ਤੁਹਾਡਾ? ਮਨਿੰਦਰ ਸਿੰਘ ਮਨਿੰਦਰ। ਬੇਟੇ ਏਜ ਕਿੰਨੀ, ਉਮਰ ਕਿੰਨੀ ਹੋ ਗਈ? ਜੀ 13ਵੀਂ ਸਾਲ ਲੱਗੀ ਹੈ। 13ਵੇਂ ਸਾਲ 'ਚੋਂ 13 ਸਾਲ ਦਾ ਇਹ ਬੱਚਾ ਮਨਿੰਦਰ ਸਿੰਘ, ਤੇ ਇਹ ਵੀ ਮਸਕੂਲਰ ਡਿਸਟ੍ਰੋਫੀ ਨਾਲ ਪੀੜਿਤ ਹੈ। ਬੱਚੇ ਕੁਝ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਹੋ ਵੀ ਤੁਹਾਡੇ ਵਰਗੇ ਜਿਹੜੇ ਬੱਚੇ ਪੀੜਿਤ ਨੇ ਅੱਗੇ ਉਹਨਾਂ ਦਾ ਫਿਊਚਰ ਵਿਚਾਰਾ ਦਾ ਖਰਾਬ ਨਾ ਹੋਵੇ, ਕੁਝ ਕਹਿਣਾ ਚਾਹੁੰਦੇ ਹੋ? ਜੀ ਸੀਐਮ ਸਾਹਿਬ ਜੀ ਸਾਡੀ ਦਵਾਈ ਦਾ ਕੋਈ ਹੱਲ ਕਰੋ ਜੀ, ਅਸੀਂ ਵੀ ਦੂਜੇ ਬੱਚਿਆਂ ਵਾਂਗ ਖੇਡਣਾ ਚਾਹੁੰਦੇ ਹਾਂ ਜੀ। ਹੋਰ ਪੁੱਤ, ਹੋਰ ਜਿਵੇਂ ਕੁਝ ਜੋ ਤੁਸੀਂ ਆਪਣੇ ਰੋਜ਼ ਮਰਾ ਦੀ ਜ਼ਿੰਦਗੀ ਦੇ ਵਿੱਚ ਡੇਲੀ ਰੂਟੀਨ 'ਚ ਤੁਹਾਨੂੰ ਬੇਟੇ ਕੀ ਔਖ ਆਉਂਦੀ ਹੈ? ਜਿਵੇਂ ਤੁਸੀਂ ਖੇਡ ਖੂਡ ਨਹੀਂ ਸਕਦੇ, ਕਿਤੇ ਜਾ ਨਹੀਂ ਸਕਦੇ, ਜੀ ਖੇਡਦੇ ਨਹੀਂ ਜੀ, ਖੇਡ ਨਹੀਂ ਸਕਦੇ ਜੀ, ਉੱਠ ਨਹੀਂ ਸਕਦੇ ਜੀ ਥੱਲੇ ਬਹਿ ਕੇ। ਅੱਛਾ, ਸਕੂਲ ਵਗੈਰਾ? ਜੀ ਨਹੀਂ ਸਕੂਲ ਜਾਇਆ ਜਾਂਦਾ? ਸਕੂਲ ਚਲੇ ਜਾਂਦੇ ਹੋ? ਜੀ ਡੈਡੀ ਛੱਡ ਕੇ ਆਉਂਦੇ ਆ। ਡੈਡੀ ਛੱਡ ਕੇ ਆਉਂਦੇ, ਡੈਡੀ ਲੈ ਕੇ ਆਉਂਦੇ ਆ ਹੈ? ਹਾਂਜੀ। ਸੋ ਆਹ ਬੱਚਾ ਵਾ, ਜੇ ਮੁੱਖ ਮੰਤਰੀ ਜੀ ਮੇਰੀ ਗੱਲ ਸੁਣ ਰਹੇ ਆ, ਬਹੁਤ ਵੱਡੀ ਮੈਂ ਵਰਡ ਕਹਿ ਰਿਹਾ ਕਿ ਸਰਕਾਰਾਂ ਸ਼ਰਮ ਕਰਨ, ਕਿਉਂਕਿ ਜੇ ਅਜੇ ਬੱਚੇ ਦੀ ਜਿਹੜੀ ਦਿਲ ਦੀ ਆਵਾਜ਼ ਹੈ ਉਹ ਵੀ ਇੱਕ ਆਮ ਇਨਸਾਨ ਵਾਂਗੂ ਜੀਣਾ ਚਾਹੁੰਦਾ ਹੈ। ਸਿਰਫ ਜੇ ਤੁਸੀਂ ਥੋੜ੍ਹਾ ਜਿਹਾ ਦਿਲ ਵੱਡਾ ਕਰਕੇ, ਜਿਹੜੇ ਵੀ ਮਸਕੂਲਰ ਡਿਸਟ੍ਰੋਫੀ ਦੇ ਨਾਲ ਪੀੜਿਤ ਨੇ ਬੱਚੇ, ਇਹਨਾਂ ਦੀ ਜ਼ਿੰਦਗੀ ਆਮ ਜ਼ਿੰਦਗੀ ਵਰਗੀ ਕਰ ਸਕਦੇ ਹੋ, ਉਹਦੀ ਕੋਸ਼ਿਸ਼ ਕਰ ਸਕਦੇ ਹੋ। ਬਾਕੀ ਇਹਨਾਂ ਦੀ ਕਿਸਮਤ ਹੈ, ਪਰ ਘੱਟੋ ਘੱਟ ਜੋ ਸਰਕਾਰ ਵੱਲੋਂ ਆਰਥਿਕ ਤੌਰ ਤੇ ਮਦਦ ਬਣਦੀ ਹੈ, ਫਾਈਨੈਂਸ਼ੀਅਲ ਤੌਰ ਤੇ ਹੈਲਪ ਬਣਦੀ ਹੈ, ਇਲਾਜ 'ਚ ਸਹਾਇਤਾ ਬਣਦੀ ਹੈ, ਘੱਟੋ ਘੱਟ ਮੌਜੂਦਾ ਮੌਕੇ ਦੀਆਂ ਸਰਕਾਰਾਂ ਨੂੰ ਉਹ ਤਾਂ ਕਰਨਾ ਹੀ ਚਾਹੀਦਾ ਹੈ। ਕਿਉਂਕਿ ਜੇ ਤੁਹਾਡੇ ਮਨ ਦੇ ਵਿੱਚ ਇਸ ਬੱਚੇ ਦੀ ਆਵਾਜ਼ ਵੀ ਨਹੀਂ ਵੱਜੀ ਤਾਂ ਸ਼ਾਇਦ ਫਿਰ ਪਤਾ ਨਹੀਂ ਤੁਹਾਡੇ ਮਨ ਪੱਥਰ ਦੇ ਹੋ ਚੁੱਕੇ ਆ। ਸੋ ਮੌਕੇ ਤੇ ਐਡਮਿਨਿਸਟ੍ਰੇਟਿਵ ਆਫਿਸ 'ਚ ਆ ਕੇ ਜਿਹੜੇ ਮਾਲ ਅਫਸਰ ਨੇ ਸਰਦਾਰ ਗੁਰਜਿੰਦਰ ਸਿੰਘ, ਉਹਨਾਂ ਨੂੰ ਜਿਹੜਾ ਮਸਕੂਲਰ ਡਿਸਟ੍ਰੋਫੀ ਵਾਲੇ ਨੇ ਪਰਿਵਾਰ ਆਏ ਸੀਗੇ, ਉਹ ਮੈਮੋਰੰਡਮ ਦੇ ਕੇ ਗਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਉਹਨਾਂ ਨੇ ਰਿਸੀਵ ਕੀਤਾ ਹੈ ਤੇ ਇਹਦੇ ਵਿੱਚ ਤੁਸੀਂ ਕਿਵੇਂ ਦੇਖਦੇ ਹੋ ਜੀ, ਜਿਹੜੇ ਪਰਿਵਾਰ ਨੇ ਪੀੜਤ ਨੇ ਤੁਹਾਡੇ ਕੋਲ ਆਏ ਸੀਗੇ ਤਾਂ ਤੁਸੀਂ ਮੈਮੋਰੰਡਮ ਲਿਆ, ਇਹਨੂੰ ਹੁਣ ਅੱਗੇ ਕਿਵੇਂ ਇਹਨੂੰ ਫਾਰਵਰਡ ਕਰਾਂਗੇ? ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਜਿੰਦਰ ਸਿੰਘ, ਜ਼ਿਲ੍ਹਾ ਮਾਲ ਅਫਸਰ। ਅੱਜ ਕੁਝ ਵਿਅਕਤੀ ਸਾਡੇ ਆਫਿਸ 'ਚ ਆਏ ਸੀਗੇ, ਉਹਨਾਂ ਮੈਮੋਰੰਡਮ ਲੈ ਕੇ ਮਾਨਯੋਗ ਸਰਕਾਰ ਦੇ ਨਾਮ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਉਹ DMD ਮਸਕੂਲਰ ਡਿਸਟ੍ਰੋਫੀ ਤੋਂ ਪ੍ਰਭਾਵਿਤ ਨੇ ਤੇ ਨਾਲ ਉਹਨਾਂ ਦਾ ਇੱਕ ਛੋਟਾ ਬੱਚਾ ਵੀ ਹੈਗਾ ਸੀਗਾ, ਜਿਹੜਾ ਉਹ ਸਾਨੂੰ ਮੈਮੋਰੰਡਮ ਦੇ ਕੇ ਗਏ ਨੇ। ਅਸੀਂ ਤੁਰੰਤ ਹੀ ਉਸ ਨੂੰ ਜਿਹੜਾ ਹੈਗਾ ਸਰਕਾਰ ਤੱਕ ਪਹੁੰਚਦਾ ਕਰਾਂਗੇ। ਥੈਂਕ ਯੂ ਵੈਰੀ ਮੱਚ। ਮਸਕੂਲਰ ਡਿਸਟ੍ਰੋਫੀ ਤੇ ਗੱਲਬਾਤ ਕਰਦੇ ਜਿਹੜੇ ਸਪੈਸ਼ਲਿਸਟ ਨੇ MD ਮੈਡੀਸਿਨ ਡਾਕਟਰ ਅਮਨਪ੍ਰੀਤ ਕੌਰ ਜੀ ਸੇਵਾਵਾਂ ਨਿਭਾ ਰਹੇ ਸਿਵਲ ਹਸਪੀਟਲ ਲੁਧਿਆਣਾ ਵਿੱਚ। ਡਾਕਟਰ ਸਾਹਿਬ, ਕੀ ਹੈ ਮਸਕੂਲਰ ਡਿਸਟ੍ਰੋਫੀ ਤੇ ਲੋਕ ਇਹਨੂੰ ਕਿਵੇਂ ਦੇਖਦੇ ਆ? ਉਹ ਬਹੁਤ ਜ਼ਿਆਦਾ ਡਰ ਜਾਂਦੇ ਨੇ, ਇਹ ਡਰਨ ਦੀ ਲੋੜ ਹੈ? ਸਾਂਝਾ ਕਰੋ। ਦੇਖੋ, ਮਸਲ ਡਿਸਟ੍ਰੋਫੀ ਇੱਕ ਬਹੁਤ ਹੀ ਰੇਅਰ ਡਿਜ਼ੀਜ਼ ਹੈ। ਰੇਅਰ ਡਿਜ਼ੀਜ਼ਸ ਹੁੰਦਾ ਜਿਹਦਾ ਇੰਸੀਡੈਂਸ ਬਹੁਤ ਘੱਟ ਹੁੰਦਾ ਹੈ, 1 in lakhs ਹੈ ਨਾ, 3 in lakhs। ਪਰ ਜਿਹੜੇ ਪਰਿਵਾਰਾਂ ਦੇ ਵਿੱਚ ਇਹ ਹੁੰਦਾ ਹੈ ਉਹਨਾਂ ਲਈ ਤਾਂ ਇਹ ਬਹੁਤ ਜ਼ਿਆਦਾ ਸੀਰੀਅਸ ਪ੍ਰੋਬਲਮ ਹੋ ਜਾਂਦੀ ਹੈ। ਅਸੀਂ ਹੁਣ NEOPD ਦੇਖਦੇ ਹਾਂ, ਵੀ ਸੀ once or twice ਮਸਲ ਡਿਸਟ੍ਰੋਫੀ ਇਨ 1 month, ਇਹੋ ਜਿਹੇ ਪੇਸ਼ੈਂਟ ਆਉਂਦੇ ਆ। ਔਰ ਮਸਲ ਡਿਸਟ੍ਰੋਫੀ ਕੋਈ ਐਕਿਊਟ ਤਾਂ ਹੁੰਦੀ ਨਹੀਂ, ਐਕਿਊਟ ਮਤਲਬ ਅੱਜ ਹੀ ਹੋਈ ਅਤੇ ਮਰੀਜ਼ ਦੀ ਡੈਥ ਹੋ ਗਈ। ਇਟ ਇਜ਼ ਅ ਵੈਰੀ ਸਲੋਲੀ ਪ੍ਰੋਗਰੈਸਿਵ ਡਿਜ਼ੀਜ਼, ਸਲੋਲੀ ਆਉਂਦੀ ਹੈ, ਪਰ ਇਹ ਵੱਧਦੀ ਜਾਂਦੀ ਹੈ ਅਤੇ ਹੌਲੀ ਹੌਲੀ ਮਰੀਜ਼ ਬਹੁਤ ਡਿਸੇਬਲ ਹੋ ਜਾਂਦਾ ਹੈ, ਬੈੱਡ ਰਿਡਨ ਹੋ ਜਾਂਦਾ ਹੈ ਅਤੇ ਉਹਦੀ ਡੈਥ ਹੋ ਜਾਂਦੀ ਹੈ। ਅਤੇ ਇਹ ਸਲੋਲੀ ਵੇਰੀ ਕਰਦਾ, ਸਲੋਲੀ ਕੁਡ ਬੀ 4 ਸਾਲਾਂ 'ਚ ਵੀ ਇਹ ਹੋ ਸਕਦਾ, ਇਹ 14 ਸਾਲ ਵੀ ਹੋ ਸਕਦਾ, ਇਹ 24 ਸਾਲ ਵੀ ਹੋ ਸਕਦਾ। ਇਟ ਆਲ ਡਿਪੈਂਡਸ ਅਪੋਨ ਦ ਟਾਈਪ ਆਫ ਡਿਸਟ੍ਰੋਫੀ, ਉਹਨੂੰ ਕਿਹੜੀ ਡਿਸਟ੍ਰੋਫੀ ਹੈ,
ਠੀਕ ਹੈ। ਮੇਨਲੀ ਆਪਾਂ ਤਾਂ ਉਹਨਾਂ ਨੇ ਡਿਸਟ੍ਰੋਫੀ ਵਰਡਸ ਹੁੰਦਾ ਹੈ ਕਿ ਉਹਦੇ ਮਸਲਸ ਹੌਲੀ ਹੌਲੀ ਖਰਾਬ ਹੋ ਰਹੇ ਆ। ਦੇਖੋ ਮਸਲਸ ਹੀ ਹੈ ਜਿਹੜੇ ਆਪਾਂ ਨੂੰ ਤੋੜਦੇ ਆ, ਉਹੀ ਮਸਲਸ ਹੈ ਜਿਨ੍ਹਾਂ ਨਾਲ ਆਪਾਂ ਸਾਹ ਲੈਂਦੇ ਆ, ਉਹੀ ਮਸਲਸ ਹੈ ਜਿਹਦੇ ਨਾਲ ਆਪਾਂ ਮੋਬਾਈਲ ਹੁੰਦੇ ਆ। ਡਿਸਟ੍ਰੋਫੀ ਜਿਹੜੀ ਟਾਈਪਸ ਹੁੰਦੀਆਂ ਨੇ, ਹਰ ਮਤਲਬ 4-5 ਤਰ੍ਹਾਂ ਦੀਆਂ ਡਿਸਟ੍ਰੋਫੀਜ਼ ਨੇ ਜਿਹੜੀਆਂ ਅਲੱਗ-ਅਲੱਗ ਮਸਲ ਗਰੁੱਪ ਨੂੰ ਇਫੈਕਟ ਕਰਦੀਆਂ ਨੇ। ਇਟ ਆਲ ਡਿਪੈਂਡਸ ਕਿ ਤੁਹਾਨੂੰ ਕਿਹੜੇ ਵਾਲੀ ਡਿਸਟ੍ਰੋਫੀ ਹੈ। ਮੋਸਟਲੀ ਇਹਦਾ ਜਿਹੜਾ ਇੰਸੀਡੈਂਸ ਹੁੰਦਾ ਹੈ ਇਹ ਬਚਪਨ 'ਚ ਹੀ ਪਤਾ ਚੱਲਦਾ। ਜਿਹੜੀ ਆਪਣੀ ਕਾਮਨ ਡਿਸਟ੍ਰੋਫੀ ਹੈ ਡੂਸ਼ੀਨ, 3 ਤੋਂ 6 ਸਾਲ ਦਾ ਬੱਚਾ ਹੁੰਦਾ ਹੈ, ਚੰਗਾ ਭਲਾ ਪੈਦਾ ਹੁੰਦਾ ਹੈ, ਬੱਚਾ ਖੇਡਦਾ ਹੈ, ਹੌਲੀ ਹੌਲੀ ਬੱਚਾ ਤੁਰਦਾ ਗਿਰਨ ਲੱਗ ਜਾਂਦਾ ਹੈ, ਫਰੀਕੁਐਂਟ ਫਾਲਸ, ਉਹਦੀ ਗੇਟ ਬਦਲ ਜਾਂਦੀ ਹੈ, ਤੁਰਨ ਫਿਰਨ ਦਾ ਢੰਗ ਬਦਲ ਜਾਂਦਾ ਹੈ, ਅਤੇ ਉਹਨੂੰ ਕਦੇ ਰੋਟੀ ਲੰਘਾਉਣ 'ਚ ਤਕਲੀਫ ਹੁੰਦੀ ਹੈ। ਬੱਚਾ ਕਹਿੰਦਾ ਕਿ ਮੈਨੂੰ ਬੈੱਡ ਤੋਂ ਉੱਠਣ 'ਚ ਤਕਲੀਫ ਹੋ ਰਹੀ ਹੈ। ਇਹ ਛੋਟੀਆਂ ਗੱਲਾਂ ਨੇ, ਜੇ ਅਰਲੀ ਡਿਟੈਕਟ ਹੋ ਜਾਣ, ਠੀਕ ਹੈ, ਤਾਂ ਆਪਾਂ ਅਰਲੀ ਫਿਜ਼ੀਓਥੈਰੇਪੀ ਤੇ ਹੋਰ ਕੇਅਰ ਸ਼ੁਰੂ ਕਰਕੇ ਤਾਂ ਬੱਚੇ ਦੀ ਡਿਸੇਬਿਲਿਟੀ ਆਪਾਂ ਘਟਾ ਸਕਦੇ ਹਾਂ। ਡਾਕਟਰ ਸਾਹਿਬ, ਅਰਲੀ ਡਿਟੈਕਸ਼ਨ ਦੀ ਗੱਲ ਹੋ ਰਹੀ ਹੈ। ਅਰਲੀ ਡਿਟੈਕਸ਼ਨ ਦੇ ਵਿੱਚ ਤੁਸੀਂ 3 ਸਾਲ 2 ਸਾਲ 1 ਸਾਲ, ਪਰ ਇਹ ਬਾਏ ਬਰਥ ਹੋ ਜਾਂਦੀ ਹੈ। ਜੇ ਆਪਾਂ ਬਰਥ ਤੋਂ ਵੀ ਪਹਿਲਾਂ ਆ ਜੀ, ਜੋ ਪ੍ਰੈਗਨੈਂਸੀ ਪੀਰੀਅਡ ਹੁੰਦਾ ਹੈ, ਆਪਣੇ ਮਦਰ ਦੀ ਵੂਮ 'ਚ ਇੱਕ ਬੱਚਾ ਹੁੰਦਾ ਹੈ, ਫਿਟਨੈਸ ਦੀ ਗੱਲ ਕਰੀਏ ਤਾਂ ਉੱਥੇ ਆਪਾਂ ਕਿਹੜੇ ਆਪਾਂ ਕੋਈ ਮਈਅਰਸ ਆਪਾਂ ਯੂਜ਼ ਕਰਕੇ ਇਸ ਚੀਜ਼ ਨੂੰ ਪਤਾ ਕਰਾ ਸਕਦੇ ਹਾਂ ਤਾਂ ਕਿ ਇਹ ਜੀਨਸ ਵਿੱਚੋਂ ਇਹ ਚੀਜ਼ਾਂ ਨਾ ਬਣਨ। ਹਾਂਜੀ, ਇਹ ਤਾਂ ਤੁਸੀਂ ਬੜਾ ਅੱਛਾ ਕੁਐਸਚਨ ਕੀਤਾ। ਇਹ ਡਿਸਟ੍ਰੋਫੀ ਸਪੋਰੈਡਿਕ ਕੇਸਿਸ ਬਹੁਤ ਘੱਟ ਹੈ ਕਿ ਰੈਂਡਮ ਕਿਸੇ ਨੂੰ ਵੀ ਹੋ ਜਾਏ, ਇੱਦਾਂ ਨਹੀਂ ਹੁੰਦਾ। ਇਟ ਰਨਸ ਇਨ ਫੈਮਲੀਜ਼। ਜੇ ਕਿਸੇ ਦੀ ਫੈਮਿਲੀ 'ਚ ਇੱਦਾਂ ਦਾ ਕੋਈ ਬੱਚਾ ਹੈ ਜਾਂ ਜਿਹਦੀ ਪਹਿਲਾਂ ਡੈਥ ਹੋਈ ਹੈ ਜਾਂ ਅਡਲਟ ਹੈ ਜਿਹਦੇ ਮਸਲਸ ਵੀਕ ਹੈ, ਉੱਦਾਂ ਦੀਆਂ ਫੈਮਲੀਜ਼ ਲਈ ਹਮੇਸ਼ਾ ਜੈਨੇਟਿਕ ਕਾਉਂਸਲਿੰਗ ਤੋਂ ਬਾਅਦ ਹੀ ਬੱਚਾ ਪੈਦਾ ਕਰਨਾ ਚਾਹੀਦਾ। ਜੈਨੇਟਿਕ ਕਾਉਂਸਲਿੰਗ ਦੇ ਵਿੱਚ ਕੀ ਹੁੰਦਾ ਕਿ ਉਹ ਮਦਰ ਐਂਡ ਫਾਦਰ ਦੀ ਪਹਿਲਾਂ ਪੂਰੀ ਹਿਸਟਰੀ ਲੈਂਦੇ ਆ, ਉਹ ਦੇਖਦੇ ਆ ਕਿਹਦੇ ਵਿੱਚ ਜੀਨਸ ਹੈ। ਫਿਰ ਜਦੋਂ ਬੱਚਾ ਹੁੰਦਾ ਹੈ ਮਾਂ ਦੇ ਪੇਟ ਦੇ ਵਿੱਚ ਜਾਂ ਫੀਟਸ ਹੁੰਦਾ ਹੈ, ਉਹਦੇ ਸਪੈਸ਼ਲ ਟੈਸਟ ਹੁੰਦੇ ਆ ਇਨ ਦੀਜ਼ ਹਾਈ ਰਿਸਕ ਫੈਮਿਲੀਜ਼। ਜੇਕਰ ਬੱਚੇ ਨੂੰ ਇਹ ਪ੍ਰੋਬਲਮ ਡਿਟੈਕਟ ਹੁੰਦੀ ਹੈ, ਦੇਅਰ ਆਰ ਟੈਸਟ। ਸਾਇੰਸ ਬਹੁਤ ਐਡਵਾਂਸ ਕਰ ਚੁੱਕੀ ਹੈ। ਇਹ ਜੀਨਸ ਆਪਾਂ ਬੱਚੇ ਦੇ ਬਰਥ ਤੋਂ ਪਹਿਲਾਂ ਹੀ ਆਪਾਂ ਡਿਟੈਕਟ ਕਰ ਸਕਦੇ ਹਾਂ, ਠੀਕ ਹੈ ਜੀ। ਉਹ ਅਰਲੀ ਡਿਟੈਕਸ਼ਨ ਹੁੰਦੀ ਹੈ ਤਾਂ ਅਗਰ ਪ੍ਰੋਬਲਮ ਵਾਲਾ ਚਾਈਲਡ ਹੈ ਤਾਂ ਉਹਦੇ ਬਾਰੇ ਪੇਰੈਂਟਸ ਪਹਿਲਾਂ ਹੀ ਫੈਸਲਾ ਲੈ ਸਕਦੇ ਆ, ਠੀਕ ਹੈ। ਇਹਦੇ ਲਈ ਇਹ ਚਾਹੀਦਾ ਜਿਹੜੀਆਂ ਵੀ ਫੈਮਲੀਜ਼ ਦੇ ਵਿੱਚ ਡਿਸਟ੍ਰੋਫੀ ਹੈ ਜਾਂ ਕੋਈ ਚਾਚੇ ਤਾਏ ਮਦਰ ਵਾਲੀ ਸਾਈਡ 'ਤੇ ਦੂਰ ਦੇ ਰਿਸ਼ਤੇਦਾਰ ਨੂੰ ਵੀ ਹੈ, ਉਹ ਸਾਰੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਜੈਨੇਟਿਕ ਕਾਉਂਸਲਿੰਗ ਤੋਂ ਬਾਅਦ ਹੀ ਆਪਣੇ ਬੱਚੇ ਪੈਦਾ ਕਰਨ ਤਾਂ ਜੋ ਇਹ ਵਾਲੀ ਬਿਮਾਰੀ ਦਾ ਲੋਡ ਘਟ ਸਕੇ, ਠੀਕ ਹੈ। ਤੇ ਟੀਵੀ ਮਿਲਾਨ ਨਾਲੋਂ ਜ਼ਿਆਦਾ ਜ਼ਰੂਰੀ ਤੁਹਾਨੂੰ ਆ ਚੀਜ਼ ਹਾਂ, ਜੈਨੇਟਿਕ ਦੇਖੋ ਇਹ ਤਾਂ ਇੱਕ ਪਾਰਟ ਹੈ, ਮਤਲਬ ਮਸਲ ਡਿਸਟ੍ਰੋਫੀ ਇਜ਼ ਅ ਪਾਰਟ। ਸਭ ਤੋਂ ਜ਼ਿਆਦਾ ਜਿਹੜੀ ਅਸੀਂ ਜ਼ਿਆਦਾ ਗਿਣਤੀ 'ਚ ਪੇਸ਼ੈਂਟ ਦੇਖਦੇ ਹਾਂ ਦੈਟ ਇਜ਼ ਥੈਲੇਸੀਮੀਆ। ਉਹ ਵੀ ਇੱਦਾਂ ਹੈਰੀਡਿਟਰੀ ਹੈ, ਇਟ ਰਨਸ ਇਨ ਫੈਮਲੀਜ਼, ਠੀਕ ਹੈ। ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਨੇ। ਕਿਤੇ ਜਿਹੜੇ ਰਿਲੇਸ਼ਨ 'ਚ ਵਿਆਹ ਹੋ ਜਾਂਦੇ ਨੇ, ਆਪਣੇ ਫਸਟ ਰਿਲੇਸ਼ਨ ਹੁੰਦੇ ਚਾਚੇ ਤਾਏ ਦੇ ਮੁੰਡੇ ਕੁੜੀਆਂ 'ਚ ਕਿਤੇ ਵਿਆਹ ਹੋ ਜਾਂਦੇ ਨੇ, ਇਹ ਵੀ ਇੱਕ ਵੱਡਾ ਕਾਰਨ ਸਮਝਦੇ ਹੋ? ਬਿਲਕੁਲ ਜੀ। ਇਹ ਜਿਹੜੀਆਂ ਬਿਮਾਰੀਆਂ ਨੇ ਇਹ ਸਮਾਲ ਗਰੁੱਪਸ ਦੇ ਵਿੱਚ ਵੈਡਿੰਗਸ ਹੁੰਦੀਆਂ ਨੇ ਤਾਂ ਉਦੋਂ ਜੀਨਸ ਕਲਸਟਰ ਹੋ ਕੇ ਇਹ ਬਿਮਾਰੀਆਂ ਬਹੁਤ ਜ਼ਿਆਦਾ ਭਿਆਨਕ ਰੂਪ ਦੇ ਵਿੱਚ ਆ ਰਹੀਆਂ ਨੇ। ਇਮਿਊਨਿਟੀ ਵੀ ਵੀਕ ਹੁੰਦੀ ਹੈ ਬੰਦੇ ਦੀ? ਨਹੀਂ, ਇਮਿਊਨਿਟੀ ਨਾਲ ਤਾਂ ਇਹਦਾ ਕੋਈ ਰਿਲੇਸ਼ਨ ਨਹੀਂ ਹੈ, ਪਰ ਜਿਹੜੀ ਡਿਜ਼ੀਜ਼ ਬਹੁਤ ਰੇਅਰ ਹੈ ਫਿਰ ਉਹ ਸਬ ਗਰੁੱਪ ਵਿੱਚ ਜ਼ਿਆਦਾ ਪ੍ਰੋਮੀਨੈਂਟ ਤੇ ਜ਼ਿਆਦਾ ਸੀਰੀਅਸ ਹੋ ਕੇ ਆਉਂਦੀ ਹੈ। ਠੀਕ ਹੈ। ਤੇ ਇਹਦਾ ਇਲਾਜ ਕੀ ਹੈ? ਮਸਲ ਡਿਸਟ੍ਰੋਫੀ ਦਾ ਇਲਾਜ ਕੀ ਹੈ? ਜੋ ਦੱਸਿਆ ਕਿ 10 ਸਾਲ 15 ਸਾਲ 20 ਸਾਲ ਤੱਕ ਵੀ ਬੱਚਾ ਕਈ ਵਾਰ ਕੱਢ ਲੈਂਦਾ ਹੈ, ਲੇਕਿਨ ਬਾਅਦ ਜਦੋਂ ਬੱਚਾ ਵੱਡਾ ਹੋ ਜਾਂਦਾ ਫਿਰ ਸੰਸਾਰ ਛੱਡ ਦਿੰਦਾ, ਉਹ ਦੁੱਖ ਕੁਝ ਜ਼ਿਆਦਾ ਹੀ ਹੋ ਜਾਂਦਾ ਮਾਪੇ ਵਾਸਤੇ। ਹਾਂਜੀ, ਇੱਕ ਤਾਂ ਮਸਲ ਡਿਸਟ੍ਰੋਫੀ ਵਾਲੇ ਨਾ ਕਦੇ ਵੀ ਨੈਗੇਟਿਵ ਨਹੀਂ ਹੋਣਾ ਚਾਹੀਦਾ, ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਮਸਲ ਡਿਸਟ੍ਰੋਫੀ ਹੋਗੀ ਤਾਂ ਡੈਥ ਹੀ ਹੋਏਗੀ। ਆਈ ਸੀ ਮੈਨੀ ਪੇਸ਼ੈਂਟਸ ਜਿਹੜੇ ਮਸਲ ਡਿਸਟ੍ਰੋਫੀ ਨਾਲ ਡਾਕਟਰ ਵੀ ਹੈ, ਜੱਜ ਵੀ ਹੈ, ਬਹੁਤ ਅੱਛੀ ਲਾਈਫ ਲੀਡ ਕਰ ਰਹੇ ਹੈ। ਇਹ ਨਹੀਂ ਸੋਚਣਾ ਚਾਹੀਦਾ ਮਸਲ ਡਿਸਟ੍ਰੋਫੀ ਮੀਨਸ ਡੈਥ। ਮਸਲ ਡਿਸਟ੍ਰੋਫੀ ਵਾਲੇ ਬੜੀ ਪ੍ਰੋਡਕਟਿਵ ਲਾਈਫ ਲੀਡ ਕਰਦੇ ਹੈ ਵਿਦ ਪ੍ਰੋਪਰ। ਇੱਕ ਤਾਂ ਦਾ ਸਭ ਤੋਂ ਪਹਿਲਾਂ ਡਿਟੈਕਸ਼ਨ ਹੁੰਦੀ ਹੈ। ਅਰਲੀ ਡਿਟੈਕਸ਼ਨ ਦੇ ਵਿੱਚ ਮਸਲ ਬਾਇਪਸੀਜ਼ ਹੁੰਦੀਆਂ ਨੇ, ਕੁਝ ਸਪੈਸ਼ਲ ਟੈਸਟ ਹੈ ਜਿਹੜੇ ਨਿਊਰੋਲੋਜਿਸਟ ਕਰਦੇ ਆ। ਉਹ ਟੈਸਟਿੰਗ ਤੋਂ ਬਾਅਦ ਜਦੋਂ ਡਿਟੈਕਟ ਹੋ ਜਾਂਦੀ ਹੈ ਤਾਂ ਉਹ ਦੇਖਣਾ ਹੁੰਦਾ ਕਿੰਨਾ ਪ੍ਰੋਗਰੈਸ ਕਰਦੀ ਹੈ। ਜੇ ਤਾਂ ਸਲੋ ਪ੍ਰੋਗਰੈਸਿੰਗ ਹੈ ਫਿਰ ਕੁਝ ਖਾਸ ਨਹੀਂ ਕਰਨਾ, ਜੇ ਫਾਸਟ ਪ੍ਰੋਗਰੈਸਿਵ ਹੈ ਤਾਂ ਉੱਦਾਂ ਹੀ ਟਰੀਟ ਕਰਨਾ। ਔਰ ਉਹਦੇ ਲਈ ਮਸਲ ਬਾਇਪਸੀ, ਕਈ ਵਾਰ ਕਹਿੰਦਾ ਮਸਲ ਦਾ ਟੁਕੜਾ ਲੈਣਾ ਪੈਣਾ, ਪੇਸ਼ੈਂਟ ਉਹਦੀ ਭੱਜ ਜਾਂਦੇ ਆ, 8 ਸਾਲ ਨਹੀਂ ਵਾਪਸ ਆਉਂਦੇ। ਤਾਂ ਹਮੇਸ਼ਾ ਜਲਦੀ ਡਿਟੈਕਸ਼ਨ ਹੋਣੀ ਚਾਹੀਦੀ ਹੈ। ਮਸਲ ਬਾਇਪਸੀ ਕਰਵਾਓ, ਡਿਟੈਕਟ ਕਰਾਓ ਤੇ ਇੱਕ ਬੱਚੇ ਨਾਲ ਵਾਅਦਾ ਕਰੋ ਕਿ ਉਹਨੂੰ ਇੱਕ ਅੱਛੀ ਜ਼ਿੰਦਗੀ ਮਿਲੇ। ਦੇਖੋ ਉਹ ਤਾਂ ਹੁਣ ਉਹਦੀ ਕਿਸਮਤ ਹੈ ਕਿ ਜੇ ਡਿਜ਼ੀਜ਼ ਫਾਸਟ ਪ੍ਰੋਗਰੈਸ ਕਰ ਗਈ। ਆਈ ਨੋ ਮੈਨੀ ਪੀਪਲ ਵਰਕਿੰਗ ਵਿਦ ਅਸ ਜਿਨ੍ਹਾਂ ਨੂੰ ਮਸਲ ਡਿਸਟ੍ਰੋਫੀ ਹੈ ਤੇ ਪ੍ਰੋਡਕਟਿਵ ਲਾਈਫ ਲੀਡ ਕਰਦੇ ਆ ਤੇ ਸਟੇ ਹੋਪਫੁਲ। ਤੇ ਜਿਹੜੀ ਗਵਰਨਮੈਂਟ ਹੈ ਉਹਦੇ ਵਿੱਚ
ਮਸਲ ਡਿਸਟ੍ਰੋਫੀ ਲਈ ਗਵਰਨਮੈਂਟ ਬਹੁਤ ਅੱਛਾ ਕਰ ਰਹੀ ਹੈ। ਵੀ ਆਰ ਮੇਕਿੰਗ ਡਿਸੇਬਿਲਿਟੀ ਸਰਟੀਫਿਕੇਟਸ ਆਫ ਮਸਲ ਡਿਸਟ੍ਰੋਫੀ ਪੇਸ਼ੈਂਟ। ਜਦੋਂ ਵੀ ਪੇਸ਼ੈਂਟ ਆਉਂਦਾ ਹੈ ਅਸੀਂ ਉਹਦੀ ਡਿਸੇਬਿਲਿਟੀ ਸਰਟੀਫਿਕੇਟ ਦਿੰਦੇ ਹਾਂ। ਉਹਦੇ ਵਿੱਚ ਕਈ ਵਾਰ ਲੋਕਾਂ ਨੂੰ ਸ਼ਿਕਾਇਤ ਹੈ, ਕਹਿੰਦੇ 40% 50% ਦਾ ਬਣਾ ਦਿੰਦੇ ਨੇ, ਪ੍ਰੋਪਰ ਐਕਿਊਟ ਕਿਉਂ ਨਹੀਂ ਬਣਦਾ ਫਿਰ ਵੀ 90% 100% ਦਾ ਕਿਉਂ ਨਹੀਂ ਬਣਦਾ? ਦੇਖੋ ਮਸਲ ਡਿਸਟ੍ਰੋਫੀ ਦਾ ਅਸੀਂ ਵੀ ਸਰਟੀਫਿਕੇਟ ਅਸੀਂ ਬਣਾਉਂਦੇ ਰਹਿੰਦੇ ਹਾਂ, ਹਰ ਡਿਜ਼ੀਜ਼ ਦਾ ਸਰਟੀਫਿਕੇਟ ਬਣਾਉਂਦੇ ਹਾਂ। ਸਾਡੇ ਕੋਲ ਪ੍ਰੋਪਰ ਗਾਈਡਲਾਈਨਸ ਹੈ, ਮਤਲਬ ਇੱਕ ਪਰਸੈਂਟੇਜ ਅਸੀਂ ਕਿਵੇਂ ਕੈਲਕੂਲੇਟ ਕਰਨੀ ਹੈ, ਮੈਥ ਦੇ ਫਾਰਮੂਲੇ ਲੱਗੇ ਹੋਏ ਹੈ, ਅਸੀਂ ਉਸ ਤੋਂ ਬਿਨਾਂ ਨਹੀਂ ਦੇ ਸਕਦੇ। ਇਹ ਕੋਈ ਡਾਕਟਰ ਦੀ ਡਿਸਕ੍ਰਿਸ਼ਨ ਨਹੀਂ ਹੈ ਉਹਨੇ ਕਿੰਨਾ ਬਣਾਉਣਾ ਹੈ, ਇਹ ਹੈ ਕਿ ਮਰੀਜ਼ ਕਿੰਨਾ ਕੁ ਡਿਸੇਬਲਡ ਹੈ। ਕਿਸੇ ਨੂੰ 30% ਡਿਸੇਬਿਲਿਟੀ ਐਟ ਪ੍ਰੈਜ਼ੈਂਟ ਹੋ ਸਕਦਾ, ਉਹਦੀ 40 ਹੋ ਜਾਏ ਵਿਦ ਟਾਈਮ। ਆਈ ਨੋ ਮੈਨੀ ਇਹੋ ਜਿਹੀਆਂ ਵੀ ਡਿਸਟ੍ਰੋਫੀਜ਼ ਹੈ, ਇਹੋ ਜਿਹੇ ਵੀ ਮਾਇਓਪੈਥੀਜ਼ ਹੈ ਰਾਦਰ, ਜਿਹੜੀਆਂ ਰਿਵਰਸ ਹੋ ਜਾਂਦੀਆਂ ਨੇ। ਮਾਇਓਪੈਥਿਕ ਪੇਸ਼ੈਂਟ ਹੈ ਉਹ ਵੀ ਸਾਡੇ ਕੋਲ ਕਈ ਵਾਰ ਡਿਸੇਬਿਲਿਟੀ ਲਈ ਆ ਜਾਂਦੇ ਆ, ਪਰ ਉਹ ਪੇਸ਼ੈਂਟ ਦਾ ਰਿਕਵਰ ਹੋ ਜਾਂਦੇ ਆ। ਜਿਵੇਂ ਹੁਣ ਤੁਸੀਂ ਗਵਰਨਮੈਂਟ ਆਫਿਸਰ ਹੈਗੇ ਹੋ ਜੀ, ਗਵਰਨਮੈਂਟ ਦੇ ਸਰਕਾਰਾਂ ਨੇ ਕਿਸੇ ਇੰਡੀਆ ਦੇ ਸਟੇਟਾਂ ਦੇ ਵਿੱਚ 5-6 ਲੱਖ ਇੱਕ ਮੁਸ਼ਤ ਰਾਸ਼ੀ ਦੇ ਦਿੰਦੇ ਨੇ, ਕਿਤੇ 10-12 ਹਜ਼ਾਰ ਪਰ ਮੰਥ ਬੱਚੇ ਨੂੰ ਦਿੰਦੇ ਨੇ। ਐਦਾਂ ਦਾ ਪੰਜਾਬ ਸਰਕਾਰ 'ਚ ਕੁਝ ਹੈ? ਦੇਖੋ ਹੈ, ਫਾਈਨੈਂਸ਼ੀਅਲ ਏਡ ਹੈ? ਦੇਖੋ ਸਾਡੇ ਕੋਲ ਹਜੇ ਇਹੋ ਜਿਹੀ ਕੋਈ ਗਾਈਡਲਾਈਨਸ ਨਹੀਂ ਆਈਆਂ, ਪਰ ਡਿਸੇਬਿਲਿਟੀ ਦੇ ਵਿੱਚ ਸਰਟੀਫਿਕੇਟ ਤੋਂ ਬਾਅਦ ਪੇਸ਼ੈਂਟ ਦਾ ਬੰਦੇ ਦਾ ਕਿਰਾਇਆ ਫ੍ਰੀ ਹੈ, ਰੇਲਵੇ ਟਿਕਟ ਫ੍ਰੀ ਹੈ, ਔਰ ਉਹਨੂੰ ਡਿਸੇਬਿਲਿਟੀ ਤੋਂ ਬਾਅਦ ਜੌਬ ਪ੍ਰਾਇੋਰਟੀ ਵੀ ਹੈ। ਠੀਕ ਹੈ, ਤਾਂ ਇੱਦਾਂ ਗਵਰਨਮੈਂਟ ਕਰ ਬਹੁਤ ਕੁਝ ਰਹੀ ਹੈ, ਪਰ ਉਹਨਾਂ ਨੂੰ ਚਾਹੀਦਾ ਕਿ ਆ ਕੇ ਬੱਚੇ ਦੀ ਪਹਿਲਾਂ ਤਾਂ ਡਾਇਗਨੋਸਿਸ ਪ੍ਰੋਪਰ ਬਣੇ ਕਿ ਮਾਇਓਪੈਥੀ ਹੈ ਵੀ ਜਾਂ ਨਹੀਂ। देयर आर मैनी सिमिलर डिजीजेज कि वो मायोपैथी वर्गियां लगती हैं, जो टेस्ट कराने मायोपैथी नहीं निकलती। ठीक है। सो जे मान लो एक कपल मैरिज करदा आपस च ते ਆਪਣੇ ਉਸ ਤੋਂ ਬਾਅਦ ਉਹਨਾਂ ਦਾ ਬੱਚਾ ਪਲਾਨ ਕਰਨਾ ਹੈ, ਤਾਂ ਉਸ ਤੋਂ ਪਹਿਲਾਂ ਇਸ ਚੀਜ਼ ਨੂੰ ਮੱਦੇ ਰੱਖਦੇ ਹੋਏ ਉਹ ਕਿਹੜੇ ਹੁੰਦੇ ਨੇ ਇਹ ਜਿਹੇ ਇਲਾਜ ਜਾਂ ਕਿਹੜੇ ਇਹ ਜਿਹੇ ਕੁਝ ਹੁੰਦੇ ਨੇ ਉਹ ਬੰਦਾ ਐਕਸਪੈਰੀਮੈਂਟ ਕਰ ਸਕਦਾ ਵੀ ਆਪਣੇ ਨਾਲ, ਜਾਂ ਆਪਣੇ ਕੋਈ ਟੈਸਟ ਕਰਵਾ ਸਕਦਾ ਹੈ ਇਹ ਜਿਹੇ ਕੁਝ? ਨਹੀਂ, ਦੇਖੋ ਇਹ ਮਾਇਓਪੈਥੀ ਮੈਂ ਬਾਰ-ਬਾਰ ਕਹਿ ਰਹੀ ਹਾਂ, ਇਟ ਇਜ਼ ਨਾਟ ਦੈਟ ਕਾਮਨ ਕਿ ਹਰ ਕਪਲ ਸੋਚੇ ਮੇਰੇ ਬੱਚੇ ਨੂੰ ਮਾਇਓਪੈਥੀ ਨਾ ਹੋ ਜਾਏ। ਇਹ ਇੰਨਾ ਕਾਮਨ ਨਹੀਂ ਹੈ, ਠੀਕ ਹੈ, ਪਰ ਇਹ ਹੈ ਕਿ ਸਮਾਲ ਗਰੁੱਪਸ 'ਚ ਮੈਰਿਜਸ ਨਹੀਂ ਹੋਣੀਆਂ ਚਾਹੀਦੀਆਂ, ਕਲੋਜ਼ ਰਿਲੇਟਿਵਸ 'ਚ ਵੈਡਿੰਗਸ ਨਹੀਂ ਹੋਣੀਆਂ ਚਾਹੀਦੀਆਂ। ਤੇ ਜੇ ਫੈਮਿਲੀ ਦੇ ਵਿੱਚ ਕੋਈ ਵੀ ਤੁਹਾਡਾ ਦੂਰ ਦਾ ਰਿਸ਼ਤੇਦਾਰ ਹੈ ਜਿਹਨੂੰ ਮਾਇਓਪੈਥੀ ਹੈ, ਉਹਨਾਂ ਨੂੰ ਜੈਨੇਟਿਕ ਕਾਉਂਸਲਿੰਗ ਲਈ ਹਮੇਸ਼ਾ ਹੀ ਅੱਛੇ ਜਗ੍ਹਾ ਤੋਂ ਕਰਨੀ, ਕਾਉਂਸਲਿੰਗ ਕਰਵਾ ਕੇ ਟੈਸਟ ਕਰਵਾ ਕੇ ਫਿਰ ਹੀ ਪ੍ਰੈਗਨੈਂਸੀ ਕੰਟੀਨਿਊ ਕਰਨੀ ਚਾਹੀਦੀ। ਠੀਕ ਹੈ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਇਸ ਵਕਤ ਤੁਸੀਂ ਸਕਰੀਨ ਤੇ ਜਿਹੜੇ ਬੈਨਰਸ ਫੜੇ ਹੋਏ ਨੇ ਉਹ ਦੇਖ ਸਕਦੇ ਹੋ। ਪਰਿਵਾਰ ਖਤਮ ਹੋ ਗਏ, ਦੁੱਖ ਨਹੀਂ ਝੱਲ ਪਾਏ, ਜਿਹੜੀ ਆਰਥਿਕ ਤੰਗੀਆਂ ਨੇ, ਕਰੋੜਾਂ ਰੁਪਏ ਦੇ ਇਹਦੀਆਂ ਦਵਾਈਆਂ ਨੇ ਜਾਂ ਟੀਕੇ ਨੇ ਜਾਂ ਖਰਚੇ ਆ। ਸੋ ਜਿਹੜਾ ਹੁਣ ਫਰਜ਼ ਸਰਕਾਰਾਂ ਦਾ ਬਣਦਾ ਆਪਣੇ ਨਾਗਰਿਕਾਂ ਦੇ ਪ੍ਰਤੀ, ਆਪਣੇ ਸਿਟੀਜ਼ਨਸ ਦੇ ਪ੍ਰਤੀ, ਉਹ ਫਰਜ਼ ਹੁਣ ਸਰਕਾਰਾਂ ਨੂੰ ਨਿਭਾਉਣਾ ਚਾਹੀਦਾ ਹੈ, ਕਿਉਂਕਿ ਲੱਖਾਂ ਕਰੋੜਾਂ ਟੈਕਸਾਂ ਦਾ ਜਿਹੜਾ ਇਹ ਲੋਕ ਪ੍ਰਭਾਨ ਕਰਦੇ ਆ, ਟੈਕਸਾਂ ਦੇ ਰੁਪਈਏ ਭਰਦੇ ਆ, ਤਾਂ ਕਿਤੇ ਨਾ ਕਿਤੇ ਜਦੋਂ ਇਹਨਾਂ ਨੂੰ ਲੋੜ ਹੋਵੇ, ਨੀਡ ਹੋਵੇ, ਲੋੜਵੰਦ ਹੋ ਜਾਣ, ਤਾਂ ਉਦੋਂ ਸਰਕਾਰ ਨੂੰ ਇਹਨਾਂ ਦੀ ਬਾਂਹ ਵੀ ਜ਼ਰੂਰ ਫੜਨੀ ਚਾਹੀਦੀ ਹੈ। ਐਦਾਂ ਹੀ ਇਹਨਾਂ ਦੀ ਜੀਵਨ ਨੂੰ, ਇਹਨਾਂ ਦੀ ਜ਼ਿੰਦਗੀ ਨੂੰ ਹੋਰ ਬਦ ਤੋਂ ਬੱਤਰ ਨਹੀਂ ਹੋਣ ਦੇਣਾ ਚਾਹੀਦਾ। ਕੈਮਰਾਮੈਨ ਸੇਵਾ ਸਿੰਘ ਦੇ ਨਾਲ ਨਵਪ੍ਰੀਤ ਸਿੰਘ ਬੇਦੀ, ਲੁਧਿਆਣਾ ਲਾਈਵ ਨਿਊਜ਼।